सत श्री अकाल दोस्तों, सारिਆਂ ਦਾ इस वीडियो ਦੇ ਵਿੱਚ ਸਵਾਗਤ है। ਇਹਦੇ ਵਿੱਚ ਆਪਾਂ ਐਵੋਲੂਸ਼ਨ वाला पार्ट जो शुरू किया होया सी, ये अपना उनका लैक्चर दूजा है। जिन्हें पहली वीडियो नहीं देखी पहला वो जाके कंप्लीट कर लो, फिर ही ये वीडियो देखने का तुहाडा फायदा होगा। ठीक है जी, तो वधन तो पहला तुहानूं दस दियां, अज इस लैक्चर दे विच तुहाडी एवोल्यूशन वाला टॉपिक जिहड़ा है कंप्लीट हो जाऊगा। पहली वीडियो दे विच तुसीं सारिਆਂ ने मैनूं बहुत अच्छा रिस्पॉन्स दिता, उहदे लई तुहाडा बहुत बहुत धन्नवाद सारिਆਂ दा। ਤਾਂ ਚਲੀਏ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਹ ਦੂਜਾ ਜਿਹੜਾ ਲੈਕਚਰ ਹੈਗਾ, ਅਤੇ ਜਲਦੀ ਹੀ ਆਪਾਂ 4 ਜਾਂ 5 ਲੈਕਚਰ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਸਾਰੀ ਬੈਂਕਿੰਗ ਅਵੇਅਰਨੈਸ ਦਾ ਜਿਹੜਾ ਟੌਪਿਕ ਹੈਗਾ ਔਰ ਸਬਜੈਕਟ ਹੈਗਾ ਕੰਪਲੀਟ ਕਰ ਦਈਏ, ਜਿਹੜਾ ਕਿ ਆਪਣੇ ਕੋਆਪਰੇਟਿਵ ਬੈਂਕ ਦੇ ਲਈ ਇੰਪੋਰਟੈਂਟ ਹੈ। ਮੈਂ ਉਹੀ ਕਵਰ ਕਰਵਾਊਂਗਾ। ਵੈਸੇ ਤਾਂ ਤੁਸੀਂ ਜਿਹੜੇ ਮਰਜ਼ੀ ਬੈਂਕ ਦਾ ਪੇਪਰ ਦੇ ਦੇਣਾ, ਜਿਹਦੇ ਵਿੱਚ ਬੈਂਕਿੰਗ ਅਵੇਅਰਨੈਸ ਪੁੱਛੀ ਜਾਊਗੀ, ਉਹ ਵਾਲਾ ਪੇਪਰ ਨਹੀਂ ਤੁਹਾਡਾ ਹਿਲਦਾ ਫਿਰ। ठीक है, सारे क्वेश्चन अटैम्प्ट होया करनगे, बस तुसी थोड़ा जिहा ध्यान नाल उहनूं पढ़ना ते उहनूं समझना। ठीक है, आ थ्योरी सारी कर लो, उस तो बाद MCQ तां नैट ते तुहानूं वाधू मिल जाणगे। ठीक है, बहुत चैनलों ने आपदे MCQ दिते भी होए आ, अलग अलग थावां ते तुहानूं मिल जाणगे ग्रुपां वगैरह च, तां तुसी थ्योरी इत्थों कर सकदे हो मेरे तो। ठीक है, बिल्कुल आपां कोई चार्ज नहीं लै रहे। तो जे वीडियो वधिया लगदी है तुहानूं प्लीज़ वीडियो नूं लाइक कर दिया करो ते चैनल नूं सबसक्राइब कर दिया करो, जमा फ्री है तुहाडे सारिਆਂ वास्ते। ठीक है, ਤਾਂ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਫੇਸ 2 ਅਤੇ ਫੇਸ 3 ਦੀ। ਠੀਕ ਹੈ, ਆਪਾਂ ਜਿਵੇਂ ਤੁਹਾਨੂੰ ਪਤਾ ਸੀ ਬੈਂਕਿੰਗ ਨੂੰ ਮੈਂ 3 ਫੇਸਿਸ ਦੇ ਵਿੱਚ ਵੰਡਿਆ ਸੀ। ਠੀਕ ਹੈ, ਜਦੋਂ ਆਪਾਂ ਪਹਿਲਾ ਲੈਕਚਰ ਕੀਤਾ ਸੀ ਉਹਦੇ ਵਿੱਚ ਆਪਾਂ 3 ਫੇਸ ਪੜ੍ਹੇ ਸੀ। ਠੀਕ ਹੈ, ਹਾਲੇ ਪ੍ਰੀ ਇੰਡੀਪੈਂਡੈਂਸ ਪੀਰੀਅਡ ਬਿਟਵੀਨ 1947 ਤੋਂ 1991, ਫਿਰ ਆਫਟਰ 1991। ਤਾਂ 1991 ਅੱਜ ਮੈਂ ਦੱਸੂਗਾ ਵੀ ਆਪਣੇ ਲਈ ਕਿਉਂ ਮਹੱਤਵਪੂਰਨ ਆ। ਆਪਾਂ ਪ੍ਰੀ ਇੰਡੀਪੈਂਡੈਂਸ ਜਿਹੜਾ ਪੀਰੀਅਡ ਆ ਵਾਲਾ ਆਪਣਾ ਫਿਨਿਸ਼ ਹੋ ਚੁੱਕਿਆ ਸੀ ਪਿਛਲੀ ਵੀਡੀਓ ਦੇ ਵਿੱਚ, ਜਿਹਨੇ ਨਹੀਂ ਦੇਖਿਆ ਉਹ ਜਾ ਕੇ ਦੇਖ ਸਕਦੇ ਹੋ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਪੀਰੀਅਡ ਬਿਟਵੀਨ 1947 ਤੋਂ ਲੈ ਕੇ 1991, ਅਤੇ ਫਿਰ ਤੀਜਾ ਫੇਸ ਪੀਰੀਅਡ ਆਫਟਰ 1991। ਠੀਕ ਹੈ, ਇਹਦੇ ਵਿੱਚ ਆਪਾਂ ਮਾਡਰਨ ਬੈਂਕਿੰਗ ਦੀ ਡਿਸਕਸ਼ਨ ਕਰਾਂਗੇ। ਤਾਂ ਚਲੋ ਹੁਣ ਤੁਸੀਂ ਆਪਦੀਆਂ ਕਾਪੀਆਂ ਖੋਲ੍ਹ ਲਓ, ਅਗਰ ਤੁਸੀਂ ਨੋਟਸ ਬਣਾ ਰਹੇ ਹੋ ਤਾਂ। ਜੇ ਨਹੀਂ ਬਣਾ ਰਹੇ ਤਾਂ ਸਕਰੀਨਸ਼ਾਟ ਲੈ ਲੈਣਾ। ਬਹੁਤ ਧਿਆਨ ਦੇ ਨਾਲ ਸੁਣਨਾ, ਬਹੁਤ ਇੰਪੋਰਟੈਂਟ ਵੀਡੀਓ ਹੈ। ਇਹਦੇ ਵਿੱਚੋਂ ਵੀ ਤੁਹਾਡੇ 1 ਤੋਂ 2 ਕੁਐਸਚਨ, ਪੂਰੇ ਜਿਹੜਾ ਐਵੋਲੂਸ਼ਨ ਵਾਲਾ ਚੈਪਟਰ ਹੈ ਨਾ, ਉਹਦੇ ਵਿੱਚੋਂ ਪੂਰੇ 3 ਜਾਂ 2 ਕੁਐਸਚਨ ਆਪਣੇ ਕਵਰ ਹੋਣਗੇ। ਇਹ ਮੇਰੇ ਤੋਂ ਲਿਖਵਾ ਲਓ, ਪੱਕੇ ਹੋਣਗੇ, ਪੱਕੇ ਨੰਬਰ ਹੈ ਤੁਹਾਡੇ। ਐਜ਼ ਇਟ ਇਜ਼ ਬੈਂਕ ਦੇ ਵਿੱਚ ਉੱਥੇ ਕੁਐਸਚਨ ਪਿਆ ਹੋਊਗਾ ਆਪਣੀ ਵੀਡੀਓ ਦੇ ਵਿੱਚੋਂ। ਠੀਕ ਹੈ, ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਦੂਜਾ ਫੇਸ ਪੀਰੀਅਡ ਬਿਟਵੀਨ 1947 ਤੋਂ 1991। ਲਿਖੋ ਜੀ, ਸਭ ਤੋਂ ਪਹਿਲਾਂ ਅੰਡਰ ਬੈਂਕਿੰਗ ਰੈਗੂਲੇਸ਼ਨ ਐਕਟ 1949 ਬੈਂਕਸ ਵਰ ਨੈਸ਼ਨਲਾਈਜ਼ਡ। ਪਹਿਲਾਂ ਤੁਹਾਨੂੰ ਛੋਟੀ ਜਿਹੀ ਇੱਕ ਸਟੋਰੀ ਦੱਸਦੇ ਹਾਂ, ਕਿਉਂਕਿ ਸਿੱਧੀ ਆਪਾਂ ਥਿਊਰੀ ਪੜ੍ਹਾਂਗੇ ਤਾਂ ਆਪਾਂ ਨੂੰ ਸ਼ਾਇਦ ਸਮਝਣੀ ਔਖੀ ਹੋ ਜੂਗੀ। ਠੀਕ ਹੈ, ਕੀ ਹੋਇਆ ਸੀਗਾ 1947 ਵੇਲੇ? ਤੁਹਾਨੂੰ ਪਤਾ ਭਾਰਤ ਆਜ਼ਾਦ ਹੋ ਗਿਆ ਸੀ, ਅਤੇ ਇੱਥੋਂ ਦੀਆਂ ਸਰਕਾਰਾਂ ਹਜੇ ਵੀ ਡਰ ਦੇ ਵਿੱਚ ਸੀਗੀਆਂ। ਕਿਉਂ ਡਰ ਦੇ ਵਿੱਚ ਸੀਗੀਆਂ? ਉਹਨਾਂ ਨੂੰ ਐਂ ਸੀ, ਜੇ ਆਪਾਂ ਅੱਜ ਵੀ ਪ੍ਰਾਈਵੇਟ ਪਲੇਅਰਾਂ ਦੇ ਹੱਥ ਪਾਵਰ ਦੇ ਰਹੇ ਹਾਂ, ਜਿਵੇਂ ਮੈਂ ਪਿਛਲੀ ਵੀਡੀਓ 'ਚ ਦੱਸਿਆ, ਜਿਹੜੀ RBI ਇਸਟੈਬਲਿਸ਼ ਹੋਈ ਸੀ ਉਹਦੇ 'ਚ 95% ਕੀ ਸੀ ਸ਼ੇਅਰ ਆਪਣੇ ਉਹਦਾ ਸੀਗਾ, ਪ੍ਰਾਈਵੇਟ ਪਲੇਅਰ ਦਾ ਸੀਗਾ। ਅਤੇ ਇਹਨਾਂ ਨੂੰ ਸਰਕਾਰ ਨੂੰ ਸੀਗਾ, ਜੇ ਆਪਾਂ ਅੱਜ ਵੀ ਪ੍ਰਾਈਵੇਟ ਪਲੇਅਰ ਦੇ ਹੱਥ ਪਾਵਰ ਦੇ ਰਹੇ ਹਾਂ ਅਤੇ ਕੱਲ੍ਹ ਨੂੰ ਇਹ ਵੀ ਡੋਮੀਨੈਂਟ ਹੋ ਕੇ ਕਿਤੇ ਕਬਜ਼ਾ ਨਾ ਕਰ ਲੈਣ, ਕਬਜ਼ਾ ਨਾ ਜਮਾਉਣ ਲੱਗ ਜਾਣ, ਤਾਂ ਕਰਕੇ ਸਰਕਾਰ ਨੇ ਪਾਵਰ ਲੈਣੀ ਚਾਹੀ। ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਜਿਵੇਂ ਆਹ RBI ਆ, ਇਹਦੇ ਵਿੱਚ ਆਹ ਪ੍ਰਾਈਵੇਟ ਪਲੇਅਰ ਆ। ਠੀਕ ਹੈ, ਆਹ ਹੈਗੀ ਹੈ ਸਰਕਾਰ, ਗੌਰਮੈਂਟ। ਇਹਦਾ ਸ਼ੇਅਰ ਸੀ 95%, ਇਹਦਾ ਸੀ 5%। ਤਾਂ ਦੇਖੋ, ਸਰਕਾਰ ਦਾ 5% ਹੀ ਸੀ, ਤਾਂ ਸਰਕਾਰ ਦੇ ਰੂਲ ਥੋੜ੍ਹੀ ਫਿਰ ਫੋਲੋ ਹੋਣਗੇ, ਫਿਰ ਤਾਂ ਪ੍ਰਾਈਵੇਟ ਪਲੇਅਰ ਆਪਦਾ ਹੀ ਰੂਲ ਬਣਾਉਣਗੇ ਨਾ RBI ਉੱਪਰ। RBI ਨੂੰ ਚੱਲਣ ਲਈ RBI ਨੂੰ ਚਲਾਉਣ ਲਈ ਸਰਕਾਰ ਕਹਿੰਦੀ ਵੀ ਹੁਣ ਸਾਨੂੰ ਡੋਮੀਨੈਂਟ ਹੋਣਾ ਪਊ, ਕਿਵੇਂ ਨਾ ਕਿਵੇਂ ਸਾਡੀ ਆਪਦੀ ਪਾਵਰ ਨੂੰ ਸਟੇਬਲਿਸ਼ ਕਰਨਾ ਪਊ, ਤਾਂ ਕਿ ਅਸੀਂ ਪ੍ਰਾਈਵੇਟ ਪਲੇਅਰਾਂ ਦੀ ਜਿਹੜੀ ਇਹ ਲੁੱਟ ਆ ਉਹਨੂੰ ਘਟਾ ਸਕੀਏ। ਕੀ ਕੀਤਾ ਸਰਕਾਰ ਨੇ? ਇਹਨਾਂ ਨੂੰ ਪੈਸਾ ਦੇਣਾ ਸ਼ੁਰੂ ਕਰਤਾ। ਇਹਨਾਂ ਨੂੰ ਕੀ ਕਰਦਾ? ਪੈਸਾ ਦੇਣਾ ਸ਼ੁਰੂ ਕਰਤਾ ਕਿ ਹੁਣ ਤੁਸੀਂ ਜਿੰਨਾ ਵੀ ਤੁਹਾਡਾ ਇਹਦੇ ਵਿੱਚ ਸ਼ੇਅਰ ਹੈਗਾ, ਉਹਦੇ ਵਿੱਚ ਹੁਣ ਜਿੰਨੇ ਪਰਸੈਂਟ ਆ, ਜਿਵੇਂ ਮੰਨ ਲਓ ਹੁਣ 5% ਸੀ, 5% ਹੋਰ ਦੇ ਕੇ 5% ਇਹਨਾਂ ਨੂੰ ਦਿੱਤਾ। ਇਹਨਾਂ ਕੋਲ ਕਿੰਨਾ ਰਹਿ ਗਿਆ? 90। ਇਹਨਾਂ ਕੋਲ ਕਿੰਨਾ ਆ ਗਿਆ? 10। ਇੱਦਾਂ ਕਰਕੇ ਪੈਸੇ ਦੇਈ ਗਈ, ਤਾਂ ਜਿਹਦੇ ਵਿੱਚ ਪ੍ਰਾਈਵੇਟ ਪਲੇਅਰ ਦੇ ਜਿਹੜਾ ਉਹ ਸੀਗੀ ਇਨਵੈਸਟਮੈਂਟ ਜਮਾਂ ਡਾਊਨ ਹੋ ਗਈ, ਔਰ ਗੌਰਮੈਂਟ ਦੀ ਜਿਹੜੀ ਇਨਵੈਸਟਮੈਂਟ ਆ RBI ਦੇ ਵਿੱਚ ਉਹ ਵੱਧਦੀ ਗਈ। ਇਸ ਤਰ੍ਹਾਂ ਕਰਕੇ ਕੀ ਹੋਇਆ, 1949 ਵਿੱਚ ਉਹਨਾਂ ਨੇ ਬੈਂਕਿੰਗ ਰੈਗੂਲੇਸ਼ਨ ਐਕਟ ਵਗੈਰਾ ਪਾਸ ਕੀਤੇ। ਉਦੋਂ ਕੀ ਕੀਤਾ,
ਬੈਂਕਾਂ ਜਿੰਨੀਆਂ ਵੀ ਬੈਂਕਾਂ ਸੀਗੀਆਂ ਉਹਨਾਂ ਵਿੱਚੋਂ ਬਹੁਤ ਸਾਰੀਆਂ ਬੈਂਕਾਂ ਨੈਸ਼ਨਲਾਈਜ਼ਡ ਕਰ ਦਿੱਤੀਆਂ ਗਈਆਂ। ਨੈਸ਼ਨਲਾਈਜ਼ਡ ਮਤਲਬ ਸਰਕਾਰੀ ਬਣਾ ਦਿੱਤਾ ਗਿਆ, ਸਰਕਾਰ ਨੇ ਆਪਦੇ ਅੰਡਰ ਕਰ ਲਈਆਂ ਬੈਂਕਾਂ ਕਿ ਹਾਂ ਬਈ ਹੁਣ ਇਹਨਾਂ ਬੈਂਕਾਂ 'ਤੇ ਪ੍ਰਾਈਵੇਟ ਅਧਿਕਾਰ ਨਹੀਂ ਹੋਊਗਾ, ਹੁਣ ਇਹਨਾਂ ਬੈਂਕਾਂ ਉੱਤੇ ਸਰਕਾਰ ਖੁਦ ਨਜ਼ਰ ਰੱਖੇਗੀ, ਖੁਦ ਇਹਨਾਂ 'ਤੇ ਰੂਲ ਬਣਾਏਗੀ। ਠੀਕ ਹੈ, ਇਹ ਸੀਗਾ 1949 ਦਾ ਜੋ ਬੈਂਕਿੰਗ ਦਾ ਐਕਟ ਸੀਗਾ। ਠੀਕ ਹੈ, ਕਿ ਕਿਵੇਂ ਸਰਕਾਰ ਨੇ ਪ੍ਰਾਈਵੇਟ ਪਲੇਅਰ ਨੂੰ ਥੱਲੇ ਲਾਇਆ ਔਰ ਆਪਦੀ ਪਾਵਰ ਇਸਟੈਬਲਿਸ਼ ਕੀਤੀ। ਹੁਣ ਮੈਂ ਦੂਜੇ ਪੁਆਇੰਟ ਦੇ ਵਿੱਚ ਤੁਹਾਨੂੰ ਬਹੁਤ ਮਹੱਤਵਪੂਰਨ ਪੁਆਇੰਟ ਦੱਸਣ ਜਾ ਰਿਹਾ, ਧਿਆਨ ਨਾਲ ਸੁਣਿਓ ਜੇ। ਠੀਕ ਹੈ, ਦੂਜੇ ਵਿੱਚ ਕੀ ਕੀਤਾ ਇਹਨਾਂ ਨੇ 1949 ਦੇ ਵਿੱਚ RBI ਨੂੰ ਵੀ ਨੈਸ਼ਨਲਾਈਜ਼ ਕਰਤਾ ਸੀ। ਤੁਹਾਨੂੰ ਹੁਣੇ ਦੱਸ ਕੇ ਹਟਿਆ RBI ਪਹਿਲਾਂ ਕੀ ਸੀ, ਪ੍ਰਾਈਵੇਟ ਸੀ, ਉਹਨੂੰ ਫਿਰ ਕੀ ਕਰ ਦਿੱਤਾ ਗਿਆ, ਨੈਸ਼ਨਲਾਈਜ਼ਡ ਕਰ ਦਿੱਤਾ ਗਿਆ। ਸਰਕਾਰ ਨੇ ਉਹਨਾਂ ਨੂੰ ਪੈਸੇ ਵਗੈਰਾ ਦੇ ਕੇ ਆਪਦਾ ਸ਼ੇਅਰ ਇਨਕਰੀਜ਼ ਕੀਤਾ। ਠੀਕ ਹੈ, ਹੁਣ ਸਰਕਾਰ ਕੀ ਕਰੂ, ਹੁਣ ਆਪਦੇ ਰੂਲ ਬਣਾਊਗੀ ਇਹਨਾਂ 'ਤੇ ਔਰ ਕਰੰਸੀ ਨੂੰ ਵੀ ਖੁਦ ਕੰਟਰੋਲ ਕਰੂਗੀ। ਠੀਕ ਹੈ, ਪਹਿਲਾਂ ਕਿਹਦੇ ਹੱਥ ਵਿੱਚ ਸੀ, ਪ੍ਰਾਈਵੇਟ ਪਲੇਅਰ ਦੇ ਹੱਥ, ਹੁਣ ਸਰਕਾਰ ਨੇ ਆਪਦੇ ਹੱਥ ਵਿੱਚ ਲੈ ਲਈ ਆ। ਫਿਰ ਕੀ ਹੋਇਆ, ਤੁਹਾਨੂੰ ਮੈਂ 3 ਬੈਂਕ ਪੜ੍ਹਾਏ ਸੀ, ਬੈਂਕ ਆਫ ਬੰਗਾਲ, ਠੀਕ ਹੈ, ਬੈਂਕ ਆਫ ਬੰਬੇ ਅਤੇ ਬੈਂਕ ਆਫ ਮਦਰਾਸ। ਇੱਕ ਬੈਂਕ ਆਫ ਬੰਗਾਲ 1806, ਬੰਬੇ ਸੀ 1840 ਅਤੇ ਮਦਰਾਸ ਸੀ 1843। ਇਹ ਤਿੰਨੇ ਬੈਂਕਾਂ ਕੀ ਹੋ ਗਈਆਂ, ਮਰਜ ਹੋ ਗਈਆਂ ਸੀ ਅਤੇ ਇੰਪੀਰੀਅਲ ਬੈਂਕ ਬਣ ਗਿਆ ਸੀ 1921 ਦੇ ਵਿੱਚ। ਹੁਣ ਕੀ ਹੋਇਆ 1955 ਵਿੱਚ ਸਰਕਾਰ ਕਹਿੰਦੀ ਜਿਹੜਾ ਇੰਪੀਰੀਅਲ ਬੈਂਕ ਆ ਉਹਨੂੰ ਵੀ ਸਰਕਾਰੀ ਕਰ ਦਿਓ, ਉਹਨੂੰ ਵੀ ਸਰਕਾਰੀ ਕਰ ਦਿਓ, ਅਤੇ ਫਿਰ ਬਣ ਗਿਆ SBI ਬੈਂਕ ਬਣ ਗਿਆ। SBI ਬੈਂਕ ਬਣ ਗਿਆ ਜਿਹੜਾ ਅੱਜ ਜੇ ਉਹਦਾ ਸਿੰਬਲ ਹੈਗਾ SBI ਦਾ, ਹੈ ਨਾ। ਤਾਂ SBI ਬੈਂਕ ਕਦੋਂ ਬਣਿਆ, 1955 ਦੇ ਵਿੱਚ, ਜਦੋਂ ਇੰਪੀਰੀਅਲ ਕਿਵੇਂ ਬਣਿਆ, ਕਿਸ ਤੋਂ ਮਿਲ ਕੇ ਬਣਿਆ, ਇੰਪੀਰੀਅਲ ਬੈਂਕ ਨੂੰ ਨੈਸ਼ਨਲਾਈਜ਼ਡ ਕੀਤਾ ਗਿਆ। ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੈਂਕ ਆਫ ਬੰਗਾਲ, ਬੈਂਕ ਆਫ ਬੰਬੇ ਜਾਂ ਬੈਂਕ ਆਫ ਮਦਰਾਸ ਖਤਮ ਹੋ ਗਏ, ਨਹੀਂ, ਇਹ ਬੈਂਕ ਮਰਜ ਹੋ ਕੇ ਅੱਜ ਨਾ ਕਿਤੇ ਅੱਜ ਵੀ ਇਹ ਹੋਂਦ ਵਿੱਚ ਹੈਗੇ ਆ, ਪਰ ਇਹ ਮਰਜ ਦੇ ਫੋਰਮ ਦੇ ਵਿੱਚ ਆ ਅਤੇ ਉਹਨੂੰ SBI ਵਰਤ ਰਿਹਾ ਇੱਕ। ਠੀਕ ਹੈ, ਹੁਣ ਉਹ SBI ਦੇ ਅੰਡਰ ਆ, ਯਾਨੀ ਉਹ SBI ਦਾ ਹੀ ਪਾਰਟ ਬਣ ਚੁੱਕੀ ਆ। ਠੀਕ ਹੈ, ਇੱਥੋਂ ਤੱਕ ਕੋਈ ਪ੍ਰੋਬਲਮ ਤਾਂ ਨਹੀਂ, ਕਿਸੇ ਨੂੰ ਕੋਈ ਡਾਊਟ ਤਾਂ ਨਹੀਂ ਡਾਊਟ। ਠੀਕ ਹੈ, ਚੱਲਾਂ ਅੱਗੇ। ਓਕੇ, ਹੁਣ ਕੀ ਸੀ ਜਿਹੜਾ ਨੈਸ਼ਨਲਾਈਜੇਸ਼ਨ ਹੋਈ ਆ, ਇਹ 2 ਫੇਜ਼ ਵਿੱਚ ਹੋਈ ਆ। ਠੀਕ ਹੈ, ਮੈਂ ਤੁਹਾਨੂੰ ਪਿੱਛੇ ਦੱਸਿਆ ਕਿ ਪਹਿਲਾਂ ਜਿਹੜੀ ਆਪਾਂ ਫੇਜ਼ਸ ਪੜ੍ਹਿਆ ਉਹ ਆਪਾਂ ਬੈਂਕਿੰਗ ਦੇ ਫੇਜ਼ਸ ਪੜ੍ਹਿਆ, ਇਹ ਵਾਲੇ ਇਹ ਆ ਬੈਂਕਿੰਗ ਦੇ ਫੇਜ਼ਸ। ਬਟ ਹੁਣ ਨੈਸ਼ਨਲਾਈਜ਼ ਤੁਹਾਨੂੰ ਦੱਸਿਆ ਵੀ ਨੈਸ਼ਨਲਾਈਜ਼ ਹੋਣੀ ਸ਼ੁਰੂ ਹੋ ਗਈ। ਨੈਸ਼ਨਲਾਈਜ਼ ਵੀ 2 ਫੇਜ਼ਸ ਦੇ ਵਿੱਚ ਹੋਈ, ਇਕੱਠਾ ਨਹੀਂ ਵੀ ਸਾਰੀਆਂ ਬੈਂਕਾਂ ਨੂੰ ਨੈਸ਼ਨਲਾਈਜ਼ ਕਰਤਾ। ਪਹਿਲਾਂ ਫੇਜ਼ 1 ਦੇ ਵਿੱਚ ਕੀ ਹੋਇਆ, 14 ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ। ਕਿਹੜੀਆਂ ਸੀ 14 ਬੈਂਕਾਂ, ਜਿਨ੍ਹਾਂ ਦਾ ਟਰਨਓਵਰ 50 ਕਰੋੜ ਸੀਗਾ, ਜਿਨ੍ਹਾਂ ਦਾ ਟਰਨਓਵਰ ਕੀ ਸੀ 50 ਕਰੋੜ ਸੀਗਾ। ਹੁਣ ਦੂਸਰੇ ਫੇਜ਼ ਦੇ ਵਿੱਚ 1980 ਦੇ ਵਿੱਚ ਕੀ ਕੀਤਾ, ਪਹਿਲਾ ਜਿਹੜਾ ਫੇਜ਼ ਸੀ 1969 ਦੇ ਵਿੱਚ, ਹੁਣ ਦੂਸਰਾ ਫੇਜ਼ ਕਦੋਂ ਹੋਇਆ 1980 ਦੇ ਵਿੱਚ। ਕਈ ਵਾਰ ਡਾਇਰੈਕਟ ਕੁਐਸਚਨ ਬਣ ਜਾਂਦਾ ਕਿ ਫਸਟ ਫੇਜ਼ ਆਫ ਬੈਂਕਿੰਗ ਨੈਸ਼ਨਲਾਈਜ਼ ਕਦੋਂ ਹੋਈ, ਵੀ ਪਹਿਲਾ ਫੇਜ਼ ਕਦੋਂ ਸ਼ੁਰੂ ਹੋਇਆ ਨੈਸ਼ਨਲਾਈਜੇਸ਼ਨ ਦਾ, ਤਾਂ ਤੁਸੀਂ ਕਹੋ ਜੇ 1969। ਜੇ ਉਹਨੇ ਪੁੱਛ ਲਿਆ ਦੂਜਾ ਫੇਜ਼ ਕਦੋਂ ਸ਼ੁਰੂ ਹੋਇਆ, ਫਿਰ 1980 ਦੇ ਵਿੱਚ। ਪਹਿਲੇ ਫੇਜ਼ ਦੇ ਵਿੱਚ 14 ਬੈਂਕਾਂ ਕੀਤੀਆਂ ਨੈਸ਼ਨਲਾਈਜ਼। ਦੂਜੇ ਜਿਹੜਾ ਫੇਜ਼ ਆ ਉਹਦੇ 6 ਬੈਂਕਾਂ ਨੈਸ਼ਨਲਾਈਜ਼ ਕੀਤੀਆਂ। ਕਿਹੜੀਆਂ ਸੀ 6 ਬੈਂਕਾਂ, ਜਿਨ੍ਹਾਂ ਦਾ ਟਰਨਓਵਰ 200 ਕਰੋੜ ਜਾਂ ਇਸ ਤੋਂ ਉੱਪਰ ਸੀ। ਠੀਕ ਆ, ਇਹ ਇੰਪੋਰਟੈਂਟ ਆ, ਯਾਦ ਰੱਖੋ, ਡਾਇਰੈਕਟ ਕੁਐਸਚਨ ਇਹਦੇ ਵਿੱਚ ਹੀ ਬਣ ਜਾਣਾ ਵਾਲੇ ਟੇਬਲ 'ਚ ਹੀ ਆਪਣਾ। ਤਾਂ ਹੁਣ ਟੋਟਲ ਕਿੰਨੀਆਂ ਹੋ ਗਈਆਂ, 14 ਅਤੇ 6, ਯਾਨੀ 20 ਬੈਂਕਾਂ ਜਿਹੜੀਆਂ ਨੈਸ਼ਨਲਾਈਜ਼ ਕਰ ਦਿੱਤੀਆਂ ਗਈਆਂ, 20 ਬੈਂਕਾਂ ਸਰਕਾਰੀ ਕਰ ਦਿੱਤੀਆਂ ਗਈਆਂ। ਬਟ ਕੁਛ ਕਿਤਾਬਾਂ ਵਾਲੇ ਕੀ ਕਹਿੰਦੇ ਆ 19 ਬੈਂਕ ਨੈਸ਼ਨਲਾਈਜ਼ ਹੋਏ ਸੀ। ਆਪਾਂ ਕਹਿ ਰਹੇ ਹਾਂ 20 ਬੈਂਕਾਂ, ਪਰ ਕੁਛ ਕਿਤਾਬਾਂ ਵਾਲੇ ਕਹਿ ਰਹੇ ਆ 19 ਬੈਂਕਾਂ ਨੈਸ਼ਨਲਾਈਜ਼ ਹੋਈਆਂ। ਅਤੇ ਪੇਪਰ ਦੇ ਵਿੱਚ ਮੰਨ ਲਓ ਜੇ ਕੁਐਸਚਨ ਆ ਗਿਆ, ਫਿਰ ਤੁਸੀਂ ਕੀ ਟਿਕ ਲਾਓਗੇ, 20 ਟਿਕ ਲਾਓਗੇ ਜਾਂ 19 ਟਿਕ ਲਾਓਗੇ। ਇਹ ਵਾਲਾ ਬਹੁਤ ਵੱਡਾ ਮੁੱਦਾ ਜਿਹੜਾ ਹੈ ਕੰਟਰੋਵਰਸ਼ੀਅਲ ਹੈ। ਬਟ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ, ਪੇਪਰ ਦੇ ਅਕੋਰਡਿੰਗ, ਮੇਰੇ ਅਕੋਰਡਿੰਗ ਪੇਪਰ ਦੇ ਵਿੱਚ ਜਿਹੜਾ ਸਹੀ ਆਨਸਰ ਆਊਗਾ ਉਹ 20 ਬੈਂਕ ਆਊਗਾ। 19 ਕਿਉਂ ਨਹੀਂ ਆਊਗਾ, 19 ਉਹਨਾਂ ਨੇ ਤਾਂ ਲਿਖਿਆ ਕਿਉਂਕਿ ਜਿਹੜਾ ਇੱਕ ਬੈਂਕ ਸੀ ਨਿਊ ਬੈਂਕ ਆਫ ਇੰਡੀਆ, ਠੀਕ ਆ, ਉਹ ਮਰਜ ਕਰ ਦਿੱਤਾ ਗਿਆ ਸੀ PNB ਦੇ ਵਿੱਚ। ਨਿਊ ਬੈਂਕ ਆਫ ਇੰਡੀਆ ਮਰਜ ਕਰ ਦਿੱਤਾ ਗਿਆ ਸੀ PNB ਦੇ ਵਿੱਚ, ਤਾਂ ਕਰਕੇ ਉਹਨੂੰ ਨਿਊ ਬੈਂਕ ਨੂੰ ਗਿਣਦੇ ਨਹੀਂ ਉਹ ਵਾਲੇ ਬੈਂਕਾਂ ਵਾਲੇ। ਤਾਂ ਕਰਕੇ ਕਹਿੰਦੇ ਆ ਵੀ 19 ਬੈਂਕਾਂ ਨੈਸ਼ਨਲਾਈਜ਼ ਹੋਈਆਂ, ਪਰ ਆਪਾਂ ਉੱਥੇ 20 ਟਿਕ ਲਾਉਣਾ। ਕਿਉਂ ਟਿਕ ਲਾਉਣਾ, ਭਾਵੇਂ ਇਹ ਬੈਂਕ ਭਾਵੇਂ ਇਹ ਬੈਂਕ ਮਰਜ ਹੋ ਗਿਆ, ਬਟ ਉਦੋਂ ਇਹ ਨੈਸ਼ਨਲਾਈਜ਼ ਤਾਂ ਹੋਇਆ ਸੀ ਨਾ, ਉਦੋਂ ਇਹਨੂੰ ਸਰਕਾਰ ਨੇ ਆਪਦੇ ਅੰਡਰ ਤਾਂ ਕੀਤਾ ਸੀ ਨਾ, ਇੱਕ ਵਾਰੀ ਗਿਣਤੀ ਵਿੱਚ ਤਾਂ ਆ ਗਿਆ ਨਾ ਇਹ। ਭਾਵੇਂ ਬਾਅਦ ਵਿੱਚੋਂ ਨੈਸ਼ਨਲਾਈਜ਼ ਹੋ ਗਿਆ, ਭਾਵੇਂ ਬਾਅਦ ਵਿੱਚੋਂ ਇਹ ਮਰਜ ਹੋ ਗਿਆ, ਸੌਰੀ, ਠੀਕ ਹੈ, ਇੱਕ ਵਾਰੀ ਤਾਂ ਨੈਸ਼ਨਲਾਈਜ਼ ਹੋਇਆ ਨਾ, ਤਾਂ ਇਹਦਾ ਆਨਸਰ ਆਪਾਂ 20 ਹੀ ਲਾਵਾਂਗੇ। ਠੀਕ ਹੈ, ਇੱਥੇ ਕਿਤਾਬਾਂ ਆਪਣੀਆਂ 19 ਵਾਲੀਆਂ ਗਲਤ ਹੋ ਜਾਂਦੀਆਂ। ਠੀਕ ਹੈ, ਇਹ ਧਿਆਨ ਦੇਣਾ। ਹੁਣ ਅੱਗੇ ਜਿਹੜਾ ਹੈ ਡਿਵੈਲਪਮੈਂਟ ਬੈਂਕ ਦੀ ਗੱਲ ਕਰਦੇ ਹਾਂ। ਕਦੋਂ ਖੁੱਲ੍ਹੇ, ਕਿਉਂ ਖੁੱਲ੍ਹੇ, ਉਹਦਾ ਮੈਂ ਤੁਹਾਨੂੰ ਪਹਿਲਾਂ ਇੱਕ ਛੋਟੀ ਜਿਹੀ ਸਟੋਰੀ ਦੱਸ ਦਿੰਦਾ। ਹੌਲੀ ਹੌਲੀ ਕੀ ਹੋਇਆ, RBI ਦਾ ਕੰਮ ਵੱਧਦਾ ਗਿਆ। ਉਹਨੇ ਦੇਖਣਾ, ਉਹਨੇ ਸਾਰੀਆਂ ਬੈਂਕਾਂ ਦੇ ਰੂਲ ਵੀ ਬਣਾਉਣੇ, ਸਾਰੀਆਂ ਬੈਂਕਾਂ ਦੀ ਮਨੀ ਦਾ ਵੀ ਕੰਟਰੋਲ ਦੇਖਣਾ ਨਾ। RBI ਕਹਿੰਦੀ ਯਾਰ ਇੰਨਾ ਮੇਰੇ ਤੋਂ ਯਾਰ ਬੋਝ ਝੱਲਿਆ ਨਹੀਂ ਜਾਂਦਾ,
ਆਪਾਂ ਐਂ ਕਰਦੇ ਹਾਂ, ਆਪਦੀਆਂ ਨਾ ਬ੍ਰਾਂਚਾਂ, ਛੋਟੀਆਂ ਬ੍ਰਾਂਚਾਂ ਖੋਲ੍ਹ ਦਿੰਦੇ ਹਾਂ, ਵੀ ਕੰਮ ਦੀ ਵੰਡ ਕਰ ਦਿੰਦੇ ਹਾਂ। ਠੀਕ ਹੈ, ਵੀ ਰੂਰਲ ਜਿਹੜੇ ਪੇਂਡੂ ਖੇਤਰ ਆ ਉਹਨਾਂ ਦੀ ਬੈਂਕ ਅਲੱਗ ਬਣਾ ਦਿੰਦੇ ਹਾਂ, ਤਾਂ ਸ਼ਹਿਰਿਆਂ ਦੀ ਅਲੱਗ ਬਣਾ ਦਿੰਦੇ ਹਾਂ, ਹੋਰ ਕੰਮਾਂ ਵਾਲਿਆਂ ਦੀ ਅਲੱਗ ਬਣਾ ਦਿੰਦੇ ਹਾਂ। ਇੱਦਾਂ ਕਰਕੇ ਕਹਿੰਦੇ ਕੰਮ ਦੀ ਡਿਵੈਲਪਮੈਂਟ ਆਪਾਂ ਡਿਵਾਈਡੇਸ਼ਨ ਕਰ ਦਿੰਦੇ ਹਾਂ, ਤਾਂ ਕਿ ਆਪਣਾ ਕੰਮ ਜਿਹੜਾ ਸੌਖਾ ਹੋ ਜਾਵੇ। ਉਹਨਾਂ ਨੇ ਕੀ ਕੀਤਾ, ਫਿਰ ਇੱਕ ਡਿਵੈਲਪਮੈਂਟ ਬੈਂਕਸ ਬਣਾਏ। ਠੀਕ ਹੈ, ਆਪਾਂ ਨੂੰ ਨਾਮ ਤੋਂ ਹੀ ਕਨਫਰਮ ਆ, ਇਹਨਾਂ ਬੈਂਕਾਂ ਦਾ ਜਿਹੜਾ ਕੰਮ ਹੋਊ ਡਿਵੈਲਪਮੈਂਟ ਦੇ ਵਿੱਚ ਹੀ ਯੂਜ਼ ਹੋਣਗੇ ਬੈਂਕ। ਇਹ ਬੈਂਕ ਡਾਇਰੈਕਟਲੀ ਕਸਟਮਰ ਦੇ ਨਾਲ ਨਹੀਂ ਡੀਲਿੰਗ ਕਰਨਗੇ। ਇਹ ਬੈਂਕ, ਠੀਕ ਹੈ, ਡਾਇਰੈਕਟਲੀ ਕਸਟਮਰ ਦੇ ਨਾਲ ਕੀ ਨਹੀਂ ਕਰਨਗੇ, ਡੀਲਿੰਗ। ਓਕੇ, ਹੁਣ ਆਪਾਂ ਇਹਦੇ ਵਿੱਚ ਤੁਹਾਨੂੰ ਕੁਛ ਕੁ ਮੈਂ ਬੈਂਕ ਲਿਖਵਾਉਣ ਜਾ ਰਿਹਾ, ਪਰ ਉਸ ਤੋਂ ਪਹਿਲਾਂ ਮੈਂ ਇੱਕ ਛੋਟਾ ਜਿਹਾ ਦੱਸ ਦਿੰਦਾ। ਇਹ ਕਿਹਨੇ ਸੁਜੈਸਟ ਕੀਤਾ ਸੀ, ਇਸ 'ਤੇ ਨਾ ਇੱਕ ਕਮੇਟੀ ਬਣੀ ਸੀ। ਕਿਹੜੀ ਕਮੇਟੀ ਬਣੀ ਸੀ? ਐਮ ਨਰਸਿਮਾ ਕਮੇਟੀ। ਉਹ ਲਿਖ ਲਓ, ਐਮ ਨਰਸਿਮਾ ਕਮੇਟੀ। ਠੀਕ ਹੈ, ਐਮ ਨਰਸਿਮਾ ਕਮੇਟੀ ਬਣੀ ਸੀ। ਇਹ ਕਮੇਟੀ ਨੇ ਰਿਕਮੈਂਡੇਸ਼ਨ ਦਿੱਤੀ, ਮੈਂ ਪੰਜਾਬੀ 'ਚ ਲਿਖ ਦਿੰਦਾ। ਇਸ ਕਮੇਟੀ ਨੇ ਰਿਕਮੈਂਡੇਸ਼ਨ ਦਿੱਤੀ। ਰਿਕਮੈਂਡੇਸ਼ਨ ਕੀ ਹੁੰਦਾ, ਵੀ ਸੁਝਾਅ ਦੇਣਾ, ਹੈ ਨਾ, ਸੁਜੈਸਟ ਕੀਤਾ, ਰਿਕਮੈਂਡੇਸ਼ਨ ਦਿੱਤੀ ਕਿ ਆਪਣੇ ਦੇਸ਼ ਵਿੱਚ ਰੀਜਨਲ ਬੈਂਕ ਹੋਣੇ ਚਾਹੀਦੇ ਆ। ਰੀਜਨਲ ਮਤਲਬ ਜਿਹੜਾ ਵੀ RBI ਹੁਣ ਇੱਕ ਵੱਡੀ ਬੋਡੀ ਆ, RBI ਦੇ ਥੱਲੇ ਕੰਮ ਕਰਨ ਵਾਲੇ ਵੀ ਕੁਛ ਬੈਂਕ ਹੋਣੇ ਚਾਹੀਦੇ ਆ ਜੋ RBI ਵਾਂਗੂ ਹੀ ਪਰਫੋਰਮ ਕਰਨ। ਠੀਕ ਹੈ, ਕਹਿੰਦਾ ਬਈ ਰੀਜਨਲ ਬੈਂਕ ਹੋਣੇ ਚਾਹੀਦੇ ਹਨ, ਠੀਕ ਹੈ, ਇੰਗਲਿਸ਼ ਵਾਲੇ ਵੀ ਲਿਖ ਲਓ। ਆ ਕਮੇਟੀ called M Narasimha committee recommended that there should be a regional bank in India। ਠੀਕ ਹੈ, in our country ਲਿਖ ਲਓ ਚੱਲ। ਓਕੇ, ਤਾਂ ਕਿਹੜੇ ਕਿਹੜੇ ਸੀਗੇ ਉਹ ਲਿਖ ਲਓ ਬੈਂਕ। ਨਾਬਾਰਡ ਸਭ ਤੋਂ ਪਹਿਲਾਂ ਔਰ ਮੋਸਟ ਇੰਪੋਰਟੈਂਟ ਬੈਂਕ ਨਾਬਾਰਡ। ਠੀਕ ਹੈ, ਨਾਬਾਰਡ ਦਾ ਜੇ ਤੁਹਾਨੂੰ ਪੁੱਛਿਆ ਜਾਵੇ ਕੀ ਪੁੱਛਿਆ ਜਾਊ, ਇੱਕ ਤਾਂ ਇਸਟੈਬਲਿਸ਼ਮੈਂਟ ਈਅਰ, ਇਹ ਨਹੀਂ ਭੁੱਲਣਾ, ਇਸਟੈਬਲਿਸ਼ਮੈਂਟ ਈਅਰ। ਠੀਕ ਹੈ, 1982। ਇਹਦਾ ਇੱਕ ਫੁੱਲ ਫੋਰਮ ਤੁਸੀਂ ਯਾਦ ਰੱਖਣੀ ਹੈ ਪੱਕਾ, ਇਹਦੇ ਵਿੱਚੋਂ ਕੋਈ ਨਾ ਕੋਈ ਕੁਐਸਚਨ ਬਣ ਸਕਦਾ। ਇਹਦਾ ਫੁੱਲ ਫੋਰਮ ਹੈ ਨੈਸ਼ਨਲ ਬੈਂਕ ਫੋਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਇਹ ਕੀ ਕਰਦਾ, ਪਿੰਡਾਂ ਦੀ ਜਿਹੜੀ ਡਿਵੈਲਪਮੈਂਟ ਦੇ ਵਿੱਚ ਅਤੇ ਜਾਂ ਐਗਰੀਕਲਚਰ ਵਗੈਰਾ ਨੂੰ ਡਿਵੈਲਪਮੈਂਟ ਕਰਨ ਦੇ ਵਿੱਚ ਕੰਮ ਆਉਂਦਾ ਨਾਬਾਰਡ। ਕਾਫੀ ਇਹਦੇ ਮਤਲਬ ਕਾਫੀ ਰਿਪੋਰਟਾਂ ਵੀ ਛਾਪਦਾ ਐਗਰੀਕਲਚਰ ਦੇ ਉੱਪਰ। ਠੀਕ ਹੈ, ਤਾਂ ਇਹਨੂੰ ਤੁਸੀਂ ਨਜ਼ਰ ਅੰਦਾਜ਼ ਬਿਲਕੁਲ ਨਹੀਂ ਕਰਨਾ। ਨਾਬਾਰਡ ਆਪਣੇ ਵਾਸਤੇ ਬਹੁਤ ਇੰਪੋਰਟੈਂਟ ਹੋ ਜਾਂਦਾ। ਇਹ ਵਾਲਾ ਬੈਂਕ ਆ, ਇਹ ਡਿਵੈਲਪਮੈਂਟ ਬੈਂਕ ਦੇ ਅੰਡਰ ਆਉਂਦਾ। ਠੀਕ ਹੈ, ਉਸ ਤੋਂ ਬਾਅਦ ਦੂਜਾ ਬੈਂਕ ਸੀ ਐਗਜ਼ਿਮ ਬੈਂਕ। ਠੀਕ ਹੈ, ਦੂਸਰਾ ਬੈਂਕ ਕਿਹੜਾ ਸੀਗਾ? ਐਗਜ਼ਿਮ ਬੈਂਕ। ਠੀਕ ਹੈ, ਐਗਜ਼ਿਮ ਬੈਂਕ ਕਦੋਂ ਇਸਟੈਬਲਿਸ਼ ਹੋਇਆ? 1982। ਇਹਨਾਂ ਦੇ ਯਾਰ ਤੁਸੀਂ ਨਾ ਡੇਟ ਵੀ ਦੇਖ ਲਓ ਜੇ, ਮੈਨੂੰ ਡੇਟ ਹੁਣ ਧਿਆਨ ਦੇ ਵਿੱਚ ਨਹੀਂ ਬਈ ਕਿੰਨੀ ਸੀ, ਸ਼ਾਇਦ 29 ਜੁਲਾਈ ਸੀ, 29 ਜੁਲਾਈ 1982। ਬਾਕੀ ਤੁਸੀਂ ਇੰਟਰਨੈਟ 'ਤੇ ਇਹਦੀ ਫੁੱਲ ਡੇਟ ਦੇਖ ਕੇ ਜਾਣੀ ਆ। 1982 ਇਕੱਲਾ ਨਹੀਂ ਯਾਦ ਕਰਨਾ। ਠੀਕ ਹੈ, ਜੇ ਰੱਬ ਨਾ ਕਰੇ ਕਿ ਉੱਥੇ ਪੂਰੀ ਡੇਟ ਪੁੱਛ ਲਈ ਜਾਵੇ ਤਾਂ ਆਪਣੇ ਵਰਗਾ ਉੱਥੇ ਟਰੈਪ ਹੋ ਸਕਦਾ, ਤਾਂ ਤੁਸੀਂ ਪੂਰੀ ਡੇਟ ਹੀ ਪੜ੍ਹ ਕੇ ਜਾਣੀ ਆ। ਤਾਂ ਐਗਜ਼ਿਮ ਬੈਂਕ ਕਦੋਂ ਹੋਇਆ ਸੀ? ਇਸਟੈਬਲਿਸ਼ਮੈਂਟ ਈਅਰ 1982। ਕੋਸ਼ਿਸ਼ ਕਰੋ ਕਿ ਸਾਰਿਆਂ ਦੀ ਡੇਟਾਂ ਦੇਖ ਕੇ ਜ਼ਰੂਰ ਜਾਣੀਆਂ। ਠੀਕ ਹੈ, ਇਹਦੀ ਫੁੱਲ ਫੋਰਮ ਯਾਦ ਕਰ ਲਓ ਜੇ, ਐਕਸਪੋਰਟ ਐਂਡ ਇੰਪੋਰਟ ਬੈਂਕ। ਠੀਕ ਹੈ, ਫਿਰ ਆਉਂਦਾ ਹੁਣ ਮੰਨ ਲਓ ਯਾਰ ਇਹ ਤੁਹਾਨੂੰ ਮੈਂ ਕੀ ਲਿਖਾਇਆ ਸੀ, ਡਿਵੈਲਪਮੈਂਟ ਬੈਂਕ ਦਾ ਜਿਹੜਾ ਡਾਇਰੈਕਟ ਡੀਲਿੰਗ ਨਹੀਂ ਹੁੰਦੀ ਕਸਟਮਰ ਦੇ ਨਾਲ। ਹੁਣ ਕੱਲ੍ਹ ਨੂੰ ਕੋਈ ਮੈਨੂੰ ਅਗਰ ਇਹ ਕੋਈ ਵੀ ਬੰਦਾ ਆ ਕੇ ਮੈਨੂੰ ਕਹੇ ਕਿ ਬਾਈ ਯਾਰ ਮੇਰਾ ਤਾਂ ਨਾਬਾਰਡ ਦੇ ਵਿੱਚ ਖਾਤਾ ਹੈ ਨਾ, ਤਾਂ ਉਹ ਬੰਦਾ ਪੱਕਾ ਗੱਪ ਮਾਰਦਾ, ਕਿਉਂਕਿ ਨਾਬਾਰਡ ਦੇ ਵਿੱਚ ਆਪਣੇ ਵਰਗਿਆਂ ਦਾ ਖਾਤਾ ਨਹੀਂ ਖੁੱਲ੍ਹ ਸਕਦਾ। ਆਪਣੇ ਵਰਗਿਆਂ ਦਾ ਜਿਹੜਾ ਖਾਤਾ ਖੁੱਲ੍ਹਦਾ ਆਹੀ ਜਿਹੜੇ ਪਬਲਿਕ ਸੈਕਟਰ ਬੈਂਕ ਹੋਏ, ਠੀਕ ਹੈ, ਜਿਹੜੇ ਸਰਕਾਰੀ ਬੈਂਕ ਹੋਏ, ਉਹਨਾਂ ਦੇ ਵਿੱਚ ਹੀ ਆਪਾਂ ਖਾਤਾ ਖੁਲਵਾ ਸਕਦੇ ਹਾਂ। ਠੀਕ ਹੈ, ਹੁਣ ਐਂ ਨਹੀਂ ਹੁੰਦਾ ਕਿ ਨਾਬਾਰਡ ਦੇ ਵਿੱਚ ਖਾਤਾ ਖੁਲਾ ਲਓ ਜਾਂ ਐਗਜ਼ਿਮ ਬੈਂਕ ਦੇ ਵਿੱਚ ਖਾਤਾ ਖੁਲਾ ਲਓ। ਕੋਈ ਕਹੇ ਕਿ ਹਾਂ ਬਈ ਮੇਰਾ ਤਾਂ ਯਾਰ ਨਾਬਾਰਡ ਦੇ ਵਿੱਚ ਖਾਤਾ ਚੱਲਦਾ, ਯਾਰਾਂ ਦਾ ਤਾਂ ਨਾਬਾਰਡ 'ਚ ਖਾਤਾ ਚੱਲਦਾ, ਇਹ ਐਂ ਨਹੀਂ ਹੁੰਦਾ ਹੈ ਨਾ। ਨਾਬਾਰਡ ਦੇ ਵਿੱਚ ਖਾਤੇ ਆਪਣੇ ਨਹੀਂ ਚੱਲ ਸਕਦੇ। ਬਸ ਇਹਨਾਂ ਦਾ ਕੰਮ ਹੁੰਦਾ ਜਿਹੜੇ ਇਹ ਵਾਲੇ ਬੈਂਕ ਆ ਨਾ, ਇਹ ਬੈਂਕ ਦਾ ਜਿਹੜਾ
ਰਿਲੇਸ਼ਨ ਹੁੰਦਾ ਇਹਨਾਂ ਬੈਂਕਾਂ ਦਾ, ਜਿਹੜਾ ਡਿਵੈਲਪਮੈਂਟ ਬੈਂਕ ਦਾ ਰਿਲੇਸ਼ਨ ਹੁੰਦਾ ਕਿਹੜੀਆਂ ਬੈਂਕਾਂ ਨਾਲ ਹੁੰਦਾ? ਪਬਲਿਕ ਸੈਕਟਰ ਬੈਂਕ ਨਾਲ। ਠੀਕ ਹੈ, ਪਬਲਿਕ ਸੈਕਟਰ ਬੈਂਕ ਨਾਲ। ਮੋਸਟਲੀ ਪਬਲਿਕ ਸੈਕਟਰ ਬੈਂਕ ਨਾਲ ਇਹਨਾਂ ਦਾ ਡਾਇਰੈਕਟ ਲਿੰਕਅਪ ਹੁੰਦਾ, ਆਪਣੇ ਨਾਲ ਕਸਟਮਰ ਦੇ ਨਾਲ ਇਹਨਾਂ ਦਾ ਲਿੰਕਅਪ ਨਹੀਂ ਹੁੰਦਾ। ਠੀਕ ਹੈ, ਹੁਣ ਤੀਸਰਾ ਬੈਂਕ ਜਿਹੜਾ ਧਮਾਕੇਦਾਰ ਔਰ ਇੰਪੋਰਟੈਂਟ ਬੈਂਕ ਆ ਉਹ ਹੈਗਾ ਨੈਸ਼ਨਲ ਹਾਊਸਿੰਗ ਬੈਂਕ। ਠੀਕ ਹੈ, ਨੈਸ਼ਨਲ ਹਾਊਸਿੰਗ ਬੈਂਕ। ਨੈਸ਼ਨਲ ਹਾਊਸਿੰਗ ਬੈਂਕ ਇਹ ਕਦੋਂ ਹੋਇਆ ਜੀ? 1988 ਨੂੰ। ਤਾਂ ਆਪਾਂ 3 ਬੈਂਕ ਹੁਣ ਤੱਕ ਪੜ੍ਹ ਚੁੱਕੇ ਹਾਂ ਇਹਨਾਂ ਦੇ ਡਿਵੈਲਪਮੈਂਟ ਬੈਂਕ ਦੇ ਅੰਡਰ। ਨਬਾਰਡ ਪੜ੍ਹਿਆ ਆਪਾਂ 82 ਵਿੱਚ, ਐਗਜ਼ਿਮ ਪੜ੍ਹਿਆ ਉਹ ਵੀ 1982, ਨੈਸ਼ਨਲ ਹਾਊਸਿੰਗ ਬੈਂਕ ਇਹ 1988, ਯਾਦ ਰੱਖੋ ਜੀ। ਫਿਰ ਚੌਥਾ ਆ ਜਾਂਦਾ ਡਾਇਰੈਕਟ ਕੁਐਸਚਨ, ਪਟਵਾਰੀ 'ਚ ਐਤਕੀ ਸ਼ਾਇਦ ਮਿਲੂਗਾ ਸਿਡਬੀ। ਪੱਕਾ ਨਹੀਂ ਮੈਂ ਕਹਿੰਦਾ, ਬਟ ਹਾਂ ਮੈਨੂੰ ਸਿਡਬੀ ਦਾ ਇੰਪੋਰਟੈਂਟ ਲੱਗਦਾ ਪਿਆ। ਇਹ ਤੁਹਾਨੂੰ ਕਿਸੇ ਵੀ ਬੈਂਕ, ਕਿਸੇ ਵੀ ਐਗਜ਼ਾਮ 'ਚ ਪੁੱਛ ਸਕਦੇ ਸਿਡਬੀ ਬਾਰੇ। ਇੱਕ ਤਾਂ ਇਹਦਾ ਤੁਸੀਂ ਇਸਟੈਬਲਿਸ਼ਮੈਂਟ ਈਅਰ ਨਹੀਂ ਭੁੱਲਣਾ, ਇੱਕ ਤੁਸੀਂ ਇਹਦੀ ਜਿਹੜੀ ਆ ਫੁੱਲ ਫੋਰਮ ਉਹ ਨਹੀਂ ਭੁੱਲਣੀ। ਠੀਕ ਹੈ, ਇਹਦਾ ਇਸਟੈਬਲਿਸ਼ਮੈਂਟ ਈਅਰ ਸੀ 1990, 1990। ਠੀਕ ਹੈ, ਸਿਡਬੀ ਦੀ। ਤਾਂ ਸਿਡਬੀ ਦੀ ਜਿਹੜੀ ਫੁੱਲ ਫੋਰਮ ਹੈ ਉਹ ਹੈ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ। ਡਿਵੈਲਪਮੈਂਟ ਬੈਂਕ ਆਫ ਇੰਡੀਆ। ਠੀਕ ਹੈ, ਹੁਣ ਇੱਥੇ ਜਿਹੜਾ ਹੈ ਆਪਣਾ ਫੇਜ਼ 2 ਆ ਉਹ ਆਪਣਾ ਖ਼ਤਮ ਹੋ ਜਾਂਦਾ। ਠੀਕ ਹੈ, ਫੇਜ਼ 2 ਆਪਣਾ ਕੰਪਲੀਟ ਹੋ ਜਾਂਦਾ। ਹੁਣ ਤੱਕ ਆਪਾਂ ਫੇਜ਼ 1 ਕਰ ਲਿਆ। ਠੀਕ ਹੈ, ਫੇਜ਼ 2 ਕਰ ਲਿਆ, ਔਰ ਹੁਣ ਆਪਾਂ ਵਧਾਂਗੇ ਫੇਜ਼ 3 ਦੇ ਵੱਲ। ਫੇਜ਼ 3 'ਚ ਮੈਂ ਤੁਹਾਨੂੰ ਦੱਸਦਾ 1991 ਆਪਣੇ ਲਈ ਕਿਉਂ ਮਹੱਤਵਪੂਰਨ ਸੀ। ਹੁਣ ਤੱਕ ਆਪਾਂ 1947 ਤੋਂ 1991 ਫੇਜ਼ 2 ਦੇ ਵਿੱਚ ਦੇਖਿਆ, ਅਤੇ ਇੱਕ ਪ੍ਰੀ ਇੰਡੀਪੈਂਡੈਂਸ ਪੀਰੀਅਡ ਬਿਫੋਰ 1947 ਆਪਾਂ ਦੇਖ ਚੁੱਕੇ ਹਾਂ। ਠੀਕ ਹੈ, ਹੁਣ ਹੈਗਾ ਫੇਜ਼ 3 ਆਫਟਰ 1991 ਮੋਡਰਨ ਬੈਂਕਿੰਗ। ਧਮਾਕੇਦਾਰ ਫੇਜ਼। ਤਾਂ ਸਾਰੇ ਇਸ ਫੇਜ਼ ਨੂੰ ਧਿਆਨ ਨਾਲ ਸੁਣਨਗੇ। ਠੀਕ ਹੈ, ਇਹ ਫੇਜ਼ ਲਿਖਣ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਛੋਟੀ ਜਿਹੀ ਐਡੀਸ਼ਨਲ ਇਨਫੋਰਮੇਸ਼ਨ ਦੇ ਦਿੰਦਾ। ਠੀਕ ਹੈ, ਵੈਸੇ ਲੋੜ ਵੀ ਨਹੀਂ, ਬਟ ਹਾਂ ਕਈ ਵਾਰ ਜੇ ਕੁਐਸਚਨ ਬਣਦਾ ਹੈ ਤਾਂ ਕੰਮ ਆ ਸਕਦਾ। ਠੀਕ ਹੈ, ਉਹਦੇ ਬਾਰੇ ਮੈਂ ਤੁਹਾਨੂੰ ਮਾੜੀ ਜਿਹੀ ਐਡੀਸ਼ਨਲ ਇਨਫੋਰਮੇਸ਼ਨ ਦੇ ਦਿੰਦਾ। ਜਿਹੜਾ ਮੈਂ ਤੁਹਾਨੂੰ ਵਰਬਲੀ ਦੱਸਿਆ ਸੀ ਉਹ ਥੋੜ੍ਹਾ ਲਿਖਵਾ ਦਿੰਦਾ। ਡਿਵੈਲਪਮੈਂਟ ਬੈਂਕ ਡੀਲਸ ਵਿਦ ਕਮਰਸ਼ੀਅਲ ਬੈਂਕ। ਠੀਕ ਹੈ, ਅਤੇ ਜਿਹੜੇ ਕਮਰਸ਼ੀਅਲ ਬੈਂਕ ਆ, ਕਮਰਸ਼ੀਅਲ ਬੈਂਕ ਡੀਲ ਵਿਦ ਪਬਲਿਕ। ਹੁਣ ਕਮਰਸ਼ੀਅਲ ਬੈਂਕ ਕਿਹੜੇ ਆ ਗਏ? ਜਿਨ੍ਹਾਂ ਵਿੱਚ ਆਪਣੇ ਖਾਤੇ ਆ PNB, SBI, ਇਹ ਵਾਲੇ ਕੀ ਆ ਗਏ ਆਪਣੇ ਕਮਰਸ਼ੀਅਲ ਬੈਂਕ ਆ ਗਏ। ਠੀਕ ਹੈ, ਤਾਂ ਕਈ ਵਾਰ ਕੁਐਸਚਨ ਆਪਣੇ ਹੁਣ ਪੰਜਾਬ ਦਾ ਪੇਪਰ ਆ ਤਾਂ ਪੰਜਾਬ ਬਾਰੇ ਵੀ ਥੋੜ੍ਹਾ ਜਿਹਾ ਵੇਖ ਲਈਏ। ਗ੍ਰਾਮੀਣ ਬੈਂਕ ਇਨ ਪੰਜਾਬ, ਗ੍ਰਾਮੀਣ ਬੈਂਕ ਇਨ ਪੰਜਾਬ। ਠੀਕ ਹੈ, ਕਈ ਵਾਰ ਪੁੱਛ ਲਿਆ ਜਾਂਦਾ ਵੀ ਇਹਨਾਂ ਦੇ ਵਿੱਚੋਂ 4 ਆਪਸ਼ਨਾਂ ਦੇ ਕੇ ਪੁੱਛ ਲਿਆ ਜਾਂਦਾ ਕਿ ਕਿਹੜਾ ਇਹਨਾਂ ਵਿੱਚੋਂ ਗ੍ਰਾਮੀਣ ਬੈਂਕ ਹੈਗਾ ਜਾਂ ਕਿਹੜਾ ਇਹਨਾਂ ਵਿੱਚੋਂ ਗ੍ਰਾਮੀਣ ਬੈਂਕ ਹੈ ਨਹੀਂ ਗਾ। ਠੀਕ ਹੈ, ਤਾਂ ਲਿਖੋ ਸਤਲੁਜ ਗ੍ਰਾਮੀਣ ਬੈਂਕ। ਦੂਸਰੇ ਨੰਬਰ 'ਤੇ ਲਿਖੋ ਮਾਲਵਾ ਗ੍ਰਾਮੀਣ ਬੈਂਕ। ਤੀਸਰੇ ਨੰਬਰ 'ਤੇ ਲਿਖੋ ਪੰਜਾਬ ਗ੍ਰਾਮੀਣ ਬੈਂਕ। ਠੀਕ ਹੈ, ਇਹ 3 ਗ੍ਰਾਮੀਣ ਬੈਂਕ ਸੀ ਆਪਣੇ ਪੰਜਾਬ ਦੇ। ਤਾਂ ਇਹ ਤਿੰਨੋਂ ਹੀ ਜਿਹੜੇ ਆ ਮਰਜ ਹੋ ਗਏ। ਠੀਕ ਹੈ, 1 ਜਨਵਰੀ 2019 ਦੇ ਵਿੱਚ ਇਹ ਤਿੰਨੋਂ ਹੀ ਕੀ ਹੋ ਗਏ? ਮਰਜ ਹੋ ਗਏ। ਮੇਰੇ ਖਿਆਲ 'ਚ ਹੁਣ ਇੱਕ ਹੀ ਬੈਂਕ ਬਣ ਗਿਆ, ਪੰਜਾਬ ਗ੍ਰਾਮੀਣ ਬੈਂਕ। ਠੀਕ ਹੈ, ਇਹਨਾਂ 'ਤੇ ਇਹ ਜਿਹੜੇ ਤਿੰਨੇ ਆ ਇੱਕ ਹੀ ਮਿਕਸ ਹੋ ਗਏ। ਆ ਵੀ ਇਹਦੇ ਵਿੱਚ ਚਲਾ ਗਿਆ, ਆ ਵੀ ਇਹਦੇ ਵਿੱਚ ਚਲਾ ਗਿਆ। ਠੀਕ ਹੈ, ਪਹਿਲਾਂ ਸਤਲੁਜ ਵੀ ਕਾਫੀ ਪ੍ਰਚਲਿਤ ਹੋਇਆ ਸੀ, ਤਾਂ ਇਹ ਸਾਰੇ ਹੁਣ ਪੰਜਾਬ ਗ੍ਰਾਮੀਣ ਬੈਂਕ ਦੇ ਵਿੱਚ ਸ਼ਿਫਟ ਹੋ ਚੁੱਕੇ ਆ। ਠੀਕ ਹੈ, ਲਾਸਟ ਵੀਡੀਓ ਦੇ ਵਿੱਚ ਮੈਂ ਤੁਹਾਡੇ ਤੋਂ ਇੱਕ ਕੁਐਸਚਨ ਵੀ ਪੁੱਛਿਆ ਸੀ। ਇਹ ਪੁੱਛਿਆ ਸੀ ਮੈਂ ਜਿਹੜਾ ਪੰਜਾਬ ਨੈਸ਼ਨਲ ਬੈਂਕ ਆ, ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਕਿਹੜੇ ਬੈਂਕ, ਪੰਜਾਬ ਨੈਸ਼ਨਲ ਬੈਂਕ ਵਿੱਚ ਕਿਹੜੇ ਬੈਂਕ ਮਰਜ ਹੋਏ।
ठीक है। इनका आंसर तुसी मैनू अज कमेंट में जरूर दे के जाना यार, मैं तुहाडा कल भी वेट करता रहा भी कोई दऊगा मैनू इहदा आंसर PNB वाला। इंपोर्टेंट आ तां ही मैं वार वार पुछ रहा। मैं दस भी दूँगा पर वो तुसी भुल जाओगे, ठीक है, क्योंकि मैं तो बहुत सारी इन्फॉर्मेशन दे रहा तो वो तुसी भुल जानी आ। पर कमेंट करोगे तुहाडा आप खुद भी लिखोगे, एक तो तुहाडी स्पैलिंग, जो स्पैलिंग लिखदा बंदा उहदे दिमाग 'च ध्यान आ जांदा यार हाँ मैं उदों उस टाइम ते वो चीज़ लिखी सी तो अज भी तुसी लिखनी आ, ठीक है। मैं तुहानूं लास्ट वीडियो 'च हिंट भी दित्ती सी तो अज प्लीज़ यार कमेंट जरूर कर दो जे PNB दे विच किहड़े बैंक मर्ज होए, होर कोई भावें रहन दो कमेंट, ठीक है। बस आह वाला आंसर मैनूं जरूर दे दो जी। तो हुण आपां शुरू करदे हां फेज़ 3। हुण तुहानूं फेज़ 3 दी पहलां थोड़ी जी मैं एक स्टोरी दस दिंदा। आज़ादी तो बाद लिखण नूं रहन देना, स्टोरी सुन लो बस, लिखण दा इन्ना ना तो तुहाडे कोल टाइम आ। आज़ादी तो बाद की होया सी, देश की इकोनमी रैगूलर डाउन जा रही सी, है ना। तो की होया जी 21 मई 1991 21 मई 1991 नूं की होया, जिहड़े राजीव गांधी सी उन्हां दी हो गई डैथ, ठीक है। राजीव गांधी दी की हो गई डैथ हो गई, ओके। फिर की होया, प्रधानमंत्री कौन बने राजीव गांधी तो बाद? NS राव, जिन्हों आप नरसिम्हा राव के नाँ से भी जानते हैं, NS राव, नरसिम्हा राव, ठीक है। तुसी पूरा ही पा लो भावें नाम, नरसिम्हा राव, ठीक है। इन्हों की बना दिता गया, प्रधानमंत्री बना दिता गया। तो उदों हुंदे सी नाल एक अपने पंजाब के बहुत तगड़े इकोनमिस्ट भी रहे आ, प्रधानमंत्री भी रहे आ, मनमोहन सिंह जी, ठीक है। उदों नाल इन्हां दे वो भी हुंदे सीगे अपने प्रधानमंत्री जिहड़े बाद चों बने मनमोहन सिंह जी हुंदे सीगे। तो इन्हां दोनों ने की कीता, नरसिम्हा राव ते मनमोहन सिंह ने रल के की कीता, एक स्कीम चलाई, LPG स्कीम चलाई। LPG आ ना सोच लो भी सिलेंडर वंडे होणगे ना, सिलेंडर ना किते सिलेंडर, LPG स्कीम सी, L फॉर लिबरलाइजेशन, ठीक है। ये अपने वैसे सिलेबस नहीं भी लिबरलाइजेशन की आ। फिर इन्होंने चलाई प्राइवेटाइजेशन, मैं तुहानूं माड़ा माड़ा जरूर दस दूँगा पर फिर भी इंपोर्टेंट अपने वास्ते तां हो जाती है क्योंकि इहदे नाल रिलेटिड ही अपना फेज़ 3 आ, तां करके मैं तुहानूं लिखवा रहा। तो तीसरी सी ग्लोबलाइजेशन, ठीक है। इन्हां दोनों ने रल के की चलाया, LPG स्कीम चलाई। LPG विच लिबरलाइजेशन, प्राइवेटाइजेशन ते ग्लोबलाइजेशन। हुण सरकार दा की एम हुंदा सी बई सारियां चीज़ां नूं हुण सरकारी करदी पई सी, बई असीं आपदे किवें ना किवें करके पावर हत्थ विच लै लईए। इन्हां दे कोले हुण सारी सरकार दे हत्थ विच पावर सी, ठीक है। पर की हुंदा सी, पावर तां हत्थ विच लै लई, इन्हां ने की करता, इन्हां ने सारिਆਂ ने उदों रल के इंपोर्ट एक्सपोर्ट का काम जमां ही ठप्प करता। जिवें हुण मान लो अज इन्ना ज़्यादा इंपोर्ट एक्सपोर्ट हो रहा, ठीक है। उन्होंने उस टाइम पर भी इंपोर्ट एक्सपोर्ट का काम जमां ही ठप्प करता कि ਜਿਹੜੀਆਂ ਬਾਹਰਲੀਆਂ ਪਾਵਰਾਂ ਕਿਤੇ ਫੇਰ ਨਾ ਇੱਧਰ ਆ ਕੇ ਆਪਣੇ 'ਤੇ ਰਾਜ ਕਰਨ ਲੱਗ ਪੈਣ। ਜਿਵੇਂ ਪਹਿਲਾਂ ਜਿਵੇਂ ਉਹ ਆਏ ਸੀ ਪੁਰਤਗਾਲੀ ਆਏ ਸੀ, ਡੱਚ ਵਾਲੇ, ਡੇਨ ਵਾਲੇ, ਹੈ ਨਾ, ਉਹ ਸਾਰੇ ਵਪਾਰ ਕਰਨੀ ਤਾਂ ਇੱਕ ਵਾਰੀ ਆਏ ਸੀ, ਬਾਅਦ ਵਿੱਚੋਂ ਹੀ ਉਹਨਾਂ ਦੇ ਪੋਲੀਟੀਕਲ ਥੋੜ੍ਹਾ ਜਿਹਾ ਦਬਦਬਾ ਬਣਿਆ, ਹੈ ਨਾ। ਤਾਂ ਕਰਕੇ ਇਹਨਾਂ ਨੂੰ ਡਰ ਸੀਗਾ ਕਿ ਹੁਣ ਫੇਰ ਨਾ ਕਿਤੇ ਉਹ ਵਾਲਾ ਕੰਮ ਪਾਣੀ ਹੋ ਜੇ, ਤਾਂ ਕਰਕੇ ਇਹਨਾਂ ਨੇ ਸਾਰਾ ਕੁਛ ਬੰਦ ਕਰਤਾ ਸੀ ਬਈ ਹਾਂ ਯਾਰ ਹੁਣ ਆਪਾਂ ਇੰਪੋਰਟ ਐਕਸਪੋਰਟ ਨਹੀਂ ਕਰਨਾ। ਤਾਂ 21 ਮਈ 1991 ਨੂੰ ਰਾਜੀਵ ਗਾਂਧੀ ਜੀ ਦੀ ਡੈਥ ਹੋ ਗਈ। ਤਾਂ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਆ ਉਹ ਡਾਊਨ ਜਾ ਰਹੀ ਸੀ ਇਕੋਨਮੀ, ਠੀਕ ਹੈ। ਉਦੋਂ ਇਹਨਾਂ ਨੇ ਕਿਹਾ, ਨਰਸਿਮਹਾ ਰਾਓ ਨੇ ਕਿਹਾ ਕਿ ਜਿਹੜਾ ਆਪਣੇ ਕੋਲ ਇਸ ਟਾਈਮ ਫੋਰਨ ਰਿਜ਼ਰਵ ਆ, ਠੀਕ ਹੈ, ਫੋਰਨ ਰਿਜ਼ਰਵ ਹੁੰਦਾ ਵੀ ਬਾਹਰਲੀ ਜਿਹੜੀ ਰਾਸ਼ੀ ਆ ਹੁਣ ਆਪਣੇ ਕੋਲ ਹਫ਼ਤੇ ਦੀ ਰਹਿ ਗਈ, 1 ਹਫ਼ਤੇ ਦੀ ਰਹਿ ਗਈ ਆਪਣੇ ਕੋਲ, ਅਤੇ 1 ਹਫ਼ਤੇ ਬਾਅਦ ਆਪਾਂ ਜਮਾਂ ਕੰਗਾਲ ਹੋ ਜਾਵਾਂਗੇ, ਦੇਸ਼ ਦੇ ਵਿੱਚੋਂ ਸਾਰਾ ਪੈਸਾ ਖਤਮ ਹੋ ਜਾਊਗਾ, ਤਾਂ ਆਪਣੇ ਕੋਲ ਉਦੋਂ ਕੁਛ ਵੀ ਨਹੀਂ ਹੋਣਾ। ਤਾਂ ਮਨਮੋਹਨ ਸਿੰਘ ਨਾਲ ਰਲ ਕੇ ਫਿਰ ਨਰਸਿਮਹਾ ਰਾਓ ਨੇ ਇੱਕ ਸਕੀਮ ਲਾਂਚ ਕੀਤੀ LPG, ਜਿਹਦੇ ਵਿੱਚ ਉਹਨਾਂ ਨੇ ਕੀ ਕੀਤਾ, ਪ੍ਰਾਈਵੇਟ ਪਲੇਅਰ ਨੂੰ ਖੁੱਲ੍ਹਾ ਸੱਦਾ ਦੇਤਾ ਕਿ ਬਾਹਰਲੇ ਪ੍ਰਾਈਵੇਟ ਪਲੇਅਰਾਂ ਨੂੰ ਖੁੱਲ੍ਹਾ ਸੱਦਾ ਦੇਤਾ ਕਿ ਹਾਂ ਭਾਈ ਇੰਡੀਆ ਵਿੱਚ ਆਓ, ਤੁਸੀਂ ਵਪਾਰ ਕਰੋ, ਠੀਕ ਹੈ, ਤੁਹਾਨੂੰ ਅਸੀਂ ਲਾਇਸੈਂਸ ਇਸ਼ੂ ਕਰ ਦਿੰਦੇ ਹਾਂ, ਤੁਸੀਂ ਇੱਕ ਵਾਰੀ ਐਂਟਰੀ ਕਰੋ, ਸਾਨੂੰ ਬਹੁਤ ਲੋੜ ਆ, ਤੁਸੀਂ ਵਪਾਰ ਕਰੋ, ਸਾਡੇ ਇੱਧਰ ਦੇਸ਼ ਵਿੱਚ ਆਓ। ਫਿਰ ਦੁਬਾਰਾ ਬਾਹਰਲੀਆਂ ਕੰਪਨੀਆਂ ਆਈਆਂ ਆਪਣੇ, ਜਿਵੇਂ ਸਿੰਗਾਪੁਰ ਵਾਲੇ ਆਏ ਇੱਧਰ, ਉਹਨਾਂ ਨੇ ਇਨਵੈਸਟਮੈਂਟ ਕਰਨੀ ਸ਼ੁਰੂ ਕੀਤੀ, FDI ਫੋਰਨ
ਜਿਹੜੀ ਹੈ ਨਾ ਮਤਲਬ ਉਹ ਕੀਤੀ FDI ਵਗੈਰਾ, ਜੋ ਫਿਰ ਆਪਣੀ ਇਕੋਨਮੀ ਹੌਲੀ ਹੌਲੀ ਅਪ ਜਾਣ ਲੱਗ ਗਈ। ਠੀਕ ਹੈ, ਇਹ ਸੀ LPG ਸਕੀਮ ਦੇ ਪਿੱਛੇ ਜਿਹੜੀ 1991 ਦੀ ਮੈਂ ਤੁਹਾਨੂੰ ਕਹਿ ਰਿਹਾ ਸਟੋਰੀ। ਉਸ ਤੋਂ ਬਾਅਦ ਆਪਣੀ ਚੱਲੀ ਮਾਡਰਨ ਬੈਂਕਿੰਗ। ਠੀਕ ਹੈ, ਇਹ ਸਟੋਰੀ ਨੂੰ ਤੁਸੀਂ ਆਪਦੀ ਭਾਸ਼ਾ ਵਿੱਚ ਲਿਖਣਾ, ਆਪਦੀ ਭਾਸ਼ਾ ਵਿੱਚ ਲਿਖ ਸਕਦੇ ਹੋ, ਤੁਹਾਨੂੰ ਯਾਦ ਰਹੂਗੀ। ਤਾਂ ਹੁਣ ਮੈਂ ਤੁਹਾਨੂੰ ਕੁਛ ਕੁ ਪ੍ਰਾਈਵੇਟ ਬੈਂਕ ਜਿਹੜੇ ਲਿਖਵਾ ਰਹੇ ਜਦੋਂ ਉਦੋਂ ਆਏ ਸੀ। ਪਹਿਲਾਂ ਕਿਹੜਾ ਬੈਂਕ ਆਇਆ ਸੀ ਆਪਣੇ? ਪਹਿਲਾਂ ਆਇਆ ਜਿਹੜਾ ਬੈਂਕ 1991 ਤੋਂ ਬਾਅਦ, ਉਹ ਆਇਆ ਸੀ ICICI। ਇਹ ਵਾਲਾ ਬੈਂਕ ਆਇਆ ਆਪਣੇ ਇੰਡੀਆ ਦੇ ਵਿੱਚ। ਠੀਕ ਹੈ, ਇਹ ਬੈਂਕ ਦੀ ਖਾਸੀਅਤ ਇਹ ਯਾਦ ਰੱਖ ਲਓ, ਇਸ ਬੈਂਕ ਨੇ, ਇਹ ਪਹਿਲਾ ਬੈਂਕ ਆ ਜਿਹਨੇ ਇੰਟਰਨੈਟ ਬੈਂਕਿੰਗ ਅਤੇ ਮੋਬਾਈਲ ATM ਸ਼ੁਰੂ ਕੀਤੇ। ਫਸਟ ਟੂ ਪ੍ਰੋਵਾਈਡ ਇੰਟਰਨੈਟ ਬੈਂਕਿੰਗ ਠੀਕ ਹੈ, ਅਤੇ ਮੋਬਾਈਲ ਬੈਂਕਿੰਗ। ਇੰਟਰਨੈਟ ਬੈਂਕਿੰਗ ਵੀ ਇਹਨੇ ਸ਼ੁਰੂ ਕੀਤੀ ਪਹਿਲਾਂ, ਅਤੇ ਮੋਬਾਈਲ ਬੈਂਕਿੰਗ ਵੀ ਇਹਨੇ ਸ਼ੁਰੂ ਕੀਤੀ। ਕਿਹੜੇ ਬੈਂਕ ਨੇ? ICICI ਬੈਂਕ ਨੇ। ਠੀਕ ਹੈ, ਇਹ ਆਪਣਾ ਡੋਮੈਸਟਿਕਲੀ ਇੰਪੋਰਟੈਂਟ ਬੈਂਕ ਵੀ ਇਹ ਰਹੂਗਾ ICICI ਬੈਂਕ। ਇਹ ਚਲੋ ਬਾਅਦ ਦੀਆਂ ਗੱਲਾਂ, ਇਹ ਤੁਹਾਨੂੰ ਮੈਂ ਫਿਰ ਕਿਤੇ ਸਮਝਾਊਂਗਾ। ਵਿਸ਼ਾਲ ਆਇਆ ਥੋੜ੍ਹਾ ਟੋਪਿਕ ਵੱਡਾ ਹੈ ਨਾ, ਵੀ ਕੀ ਹੁੰਦਾ ਡੋਮੈਸਟਿਕਲੀ ਇੰਪੋਰਟੈਂਟ ਬੈਂਕ। ਬਟ ਤੁਸੀਂ ਇੰਨਾ ਕੁ ਯਾਦ ਰੱਖ ਲਓ, ਆਪਣਾ ਜਿਹੜਾ ਡੋਮੈਸਟਿਕਲੀ ਇੰਪੋਰਟੈਂਟ ਬੈਂਕ ਉਹ ICICI ਬੈਂਕ ਵੀ ਆ। ਠੀਕ ਹੈ, ਇਹ ਪਹਿਲਾਂ ਆਇਆ ਸੀਗਾ, ਪਹਿਲਾਂ ਪ੍ਰਾਈਵੇਟ ਵਾਲਾ ਬੈਂਕ ਆਇਆ ਸੀਗਾ ਬਾਹਰੋਂ ਹੈ ਨਾ 1991 ਤੋਂ ਬਾਅਦ। ਤਾਂ ਇਸ ਬੈਂਕ ਨੇ ਪਹਿਲੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਇੰਟਰਨੈਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ। ਠੀਕ ਹੈ, ਪਹਿਲਾ ਇਹੋ ਜਿਹਾ ਬੈਂਕ ਸੀ ਜਿਹਨੇ ਇੰਟਰਨੈਟ ਬੈਂਕਿੰਗ ਸ਼ੁਰੂ ਕੀਤੀ ਇੰਡੀਆ ਦੇ ਵਿੱਚ। ਉਸ ਤੋਂ ਬਾਅਦ ਫਿਰ ਆਏ 3 ਬੈਂਕ ਆਏ ਰੈਗੂਲਰ, HDFC ਅਤੇ ਨਾਲ ਹੀ ਇਹਦੇ ਆਇਆ ਐਕਸਿਸ ਬੈਂਕ, ਨਾਲ ਹੀ ਆਇਆ DCB ਬੈਂਕ। ਠੀਕ ਹੈ, ਇਹ ਤਿੰਨੋਂ ਬੈਂਕ ਆਪਣੇ ਤਿੰਨੋਂ ਇਕੱਠੇ ਆ ਗਏ। ਇੱਥੇ ਆਪਣਾ ਅੱਜ ਦਾ ਜਿਹੜਾ 3rd ਫੇਸ ਆ ਉਹ ਵੀ ਐਂਡ ਹੁੰਦਾ। ਠੀਕ ਹੈ, ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ 1st, 2nd ਅਤੇ 3rd ਤਿੰਨੇ ਹੀ, 1st, 2nd ਮੋਸਟ ਇੰਪੋਰਟੈਂਟ, 3rd ਨੂੰ ਤੁਸੀਂ ਨਿਗਾਹ ਮਾਰ ਸਕਦੇ ਹੋ, ਸੌਖਾ ਹੀ ਆ, ਯਾਦ ਕਰਨਾ ਬਹੁਤ ਈਜ਼ੀ ਆ। ਤਾਂ ਇਹ ਵਾਲੀ ਚੀਜ਼ ਜਿਹੜੀ ਸਟਾਰ ਪਾ ਕੇ ਦੇਖ ਲਓ, ICICI ਬੈਂਕ ਦੇ ਕੁਐਸਚਨ ਜ਼ਰੂਰ ਬਣ ਸਕਦਾ। ਅਗਰ ਉਹਨੇ ਪੁੱਛਾ ਬਈ ਫਸਟ ਬੈਂਕ ਜਿਹਨੇ ਇੰਟਰਨੈਟ ਬੈਂਕਿੰਗ ਪ੍ਰੋਵਾਈਡ ਕੀਤੀ ਜਾਂ ਮੋਬਾਈਲ ਬੈਂਕਿੰਗ ਪ੍ਰੋਵਾਈਡ ਕੀਤੀ ਉਹ ਕੌਣ ਸੀ? ਉਹ ICICI ਬੈਂਕ ਸੀ। ਠੀਕ ਹੈ, ਉਮੀਦ ਕਰੂੰਗਾ ਕਿ ਅੱਜ ਦਾ ਲੈਕਚਰ ਵੀ ਤੁਸੀਂ ਬਹੁਤ ਕੁਛ ਅੱਜ ਦੇ ਲੈਕਚਰ ਤੋਂ ਸਿੱਖੇ ਹੋਵੋਗੇ। ਠੀਕ ਹੈ, ਇਹ ਵੀਡੀਓ ਮੈਂ ਅੱਜ ਹੀ ਰਿਕਾਰਡ ਕਰ ਰਿਹਾ। ਮੈਂ ਅੱਜ ਪਹਿਲਾਂ ਵੀਡੀਓ ਪਾ ਚੁੱਕਿਆ, 25 ਤਰੀਕ ਨੂੰ ਇਹ ਵੀਡੀਓ ਰਿਕਾਰਡ ਹੋ ਰਹੀ ਹੈ, 25 ਅਗਸਤ ਨੂੰ, 25 ਅਗਸਤ 2021 ਨੂੰ ਇਹ ਵੀਡੀਓ ਰਿਕਾਰਡ ਹੋ ਰਹੀ ਆ। ਅਤੇ ਜਿਹਦਾ ਪਹਿਲਾ ਪਾਰਟ ਅੱਜ ਹੀ ਰਿਕਾਰਡ ਕਰਨ ਤੋਂ ਬਾਅਦ ਅੱਜ ਹੀ YouTube ਦੇ ਉੱਤੇ ਪਾ ਦਿੱਤਾ ਗਿਆ। ਇਹ ਵਾਲਾ ਜਿਹੜਾ ਪਾਰਟ ਆ ਉਹ ਕੱਲ੍ਹ 26 ਅਗਸਤ 2021 ਨੂੰ YouTube 'ਤੇ ਲਾਈਵ ਹੋ ਜੂ, ਜਾਣੀ YouTube 'ਤੇ ਐਕਟੀਵੇਟ ਹੋ ਜੂ। ਠੀਕ ਹੈ, ਤੁਸੀਂ ਇਹ ਵੀਡੀਓ ਨੂੰ ਵੀ ਚੰਗੀ ਤਰ੍ਹਾਂ ਸੁਣਨਾ, ਸ਼ੇਅਰ ਕਰਨਾ, ਔਰ ਸ਼ਾਇਦ ਹੋ ਸਕੇ ਤਾਂ ਕੱਲ੍ਹ ਹੀ ਮੈਂ ਇੱਕ ਮੈਰਾਥਨ ਕਲਾਸ ਲੈ ਲਾਂ ਇਹਦੇ 'ਤੇ, ਜਿਹਦੇ ਵਿੱਚ ਆਪਾਂ RBI ਕਰ ਲਾਂਗੇ, ਨੋਟ ਕਰ ਲਾਂਗੇ। ਠੀਕ ਹੈ, ਨੋਟ ਕਿਹੜੇ ਬਈ? ਜਿਹੜੇ ਹੁਣ 2000 ਦਾ ਨੋਟ ਆ ਉਹਦੇ ਪਿੱਛੇ ਕੀ ਆ, ਉਹਦਾ ਰੰਗ ਕਿਹੜਾ, ਅਤੇ RBI ਦੇ ਕੁਛ ਆਫਿਸ ਕਰ ਲਾਂਗੇ, ਕਰੰਸੀ ਕਰ ਲਾਂਗੇ, ਬਹੁਤ ਆਪਣੇ ਵਾਸਤੇ ਜਿਹੜੇ ਇੰਪੋਰਟੈਂਟ ਰਹਿਣਗੇ ਹੈ ਨਾ। ਤਾਂ ਕੋਇਨ ਵਗੈਰਾ ਕਰ ਲਾਂਗੇ। ਇੰਟਰਸਟਿੰਗ ਟੋਪਿਕ ਆ, ਉਹ ਆਪਾਂ ਕੱਲ੍ਹ ਦੀ ਵੀਡੀਓ ਦੇ ਵਿੱਚ ਦੇਖ ਲਾਂਗੇ। ਤਾਂ ਜਲਦੀ ਹੀ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਜ ਸਵੇਰ ਦੇ ਵਿੱਚ ਆਪਣੀ ਸਾਰੀ ਬੈਂਕਿੰਗ ਹੋ ਜਾਏ। 5-7 ਲੈਕਚਰਾਂ ਦੀ ਖੇਡ ਹੋਊਗੀ ਜਿਹੜੀ ਇੰਪੋਰਟੈਂਟ ਹੋਊਗੀ। ਠੀਕ ਹੈ, ਤਾਂ ਬਸ ਫਿਲਹਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਅਗਰ ਅੱਛੀ ਲੱਗੀ ਹੋ ਤਾਂ ਲਾਈਕ ਕਰ ਦਿਓ ਜੇ, ਸ਼ੇਅਰ ਕਰ ਦਿਓ ਜੇ, ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਜੇ। ਠੀਕ ਹੈ, ਬਿਲਕੁਲ ਫ੍ਰੀ ਹੈ ਤੁਹਾਡੇ ਸਾਰਿਆਂ ਲਈ। ਮਿਲਦਾ ਜੀ ਅਗਲੀ ਵੀਡੀਓ ਵਿੱਚ, ਤਬ ਤੱਕ ਰੱਬ ਰਾਖਾ।